So with this second video next property discuss करने जा रही है that is surface tension. So surface tension क्या है? It is also related to the intermolecular forces in liquid. So intermolecular forces liquid की liquid ਦੀ आपसी forces ठीक है ਉਹਨਾਂ ਰਿਲੇਟ ਕਰਦਾ ਹੈ ਸਰਫੇਸ ਟੈਂਸ਼ਨ ਦਾ ਮੋਲੀਕਿਊਲਸ ਇਨ ਲਿਕੁਇਡ ਆਰ ਹੈਲਡ ਕਲੋਜ਼ਲੀ ਐਂਡ ਅਟਰੈਕਟ ਈਚ ਅਦਰ ਕਹਿੰਦੇ ਜਿਹੜੇ ਦੇ ਆਪਸੀ ਜਿਹੜੇ ਹੈਗੇ ਨੇ ਮੋਲੀਕਿਊਲਸ ਇੱਕ ਦੂਜੇ ਨੂੰ ਇਕੱਠੇ ਰੱਖਦੇ ਨੇ ਕਲੋਜ਼ਲੀ ਪਏ ਹੁੰਦੇ ਨੇ ਤੇ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ ਮੋਲੀਕਿਊਲਸ ਇਨ ਬਲਕ ਆਫ ਲਿਕੁਇਡ ਇਜ਼ ਅਟਰੈਕਟ ਇਕੁਅਲ ਔਨ ਆਲ ਸਾਈਡਸ ਸੋ ਦੈਟ ਨੋ ਨੈਟ ਅਟਰੈਕਟਿਵ ਪੁੱਲ ਔਨ ਮੋਲੀਕਿਊਲ ਇਜ਼ ਜ਼ੀਰੋ ਸੋ ਕਹਿੰਦੇ ਇੱਕ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਅਟਰੈਕਟ ਕਰਦੇ ਹਨ ਐਂਡ ਅਟਰੈਕਟ ਹਮੇਸ਼ਾ ਹਰ ਸਾਈਡ ਤੇ ਹੁੰਦੇ ਆ ਜ਼ਰੂਰੀ ਨਹੀਂ ਕਿ ਇੱਕੋ ਸਾਈਡ ਤੇ ਅਟਰੈਕਟ ਹੋ ਰਿਹਾ ਹਰ ਸਾਈਡ ਤੇ ਅਟਰੈਕਟ ਹੋ ਰਿਹਾ ਇਸ ਤਰ੍ਹਾਂ ਅਟਰੈਕਟ ਹੋ ਰਿਹਾ ਕਿ ਜਿਹੜੀ ਨੈਟ ਅਟਰੈਕਟਿਵ ਪੁੱਲ ਆ ਸਾਰੀ ਅਗਰ ਅਟਰੈਕਟਿਵ ਪੁੱਲ ਅਗਰ ਤੁਸੀਂ ਦੇਖੋਗੇ ਤਾਂ ਉਹ ਕੀ ਹੋ ਜੂਗੀ ਜ਼ੀਰੋ ਹੋ ਜੂਗੀ So however molecule lies at surface is subjected only to attractive forces. So अगर ਆਪਾਂ ਦੇਖੀਏ ਕਿ molecules ਜਿਹੜੇ surface ਤੇ ਪਏ ਆ ਉਹ ਕਿਉਂ ਪਏ ਆ ਬਿਕੋਜ਼ ਉਹਨਾਂ ਦੇ ਆਪਸੀ ਕੋਲ ਕਿਉਂ ਪਏ ਆ ਬਿਕੋਜ਼ ਉਹਨਾਂ ਦੇ ਵਿੱਚ ਆਪਸੀ ਅਟਰੈਕਟਿਵ ਫੋਰਸਿਸ ਪਈਆਂ ਹੋਈਆਂ ਨੇ ਠੀਕ ਆ ਸੋ ਨੈਕਸਟ ਸੋ ਸਰਫੇਸ ਟੈਂਸ਼ਨ ਅਗਰ ਆਪਾਂ ਦੇਖੀਏ ਮੇਨ ਦਾ ਫੋਰਸ ਪਰ ਯੂਨਿਟ ਲੈਂਥ ਐਕਟਿੰਗ ਪਰਪੈਂਡੀਕੂਲਰ ਟੂ ਟੈਂਜੈਂਸ਼ੀਅਲ ਲਾਈਨ drawn on surface of a liquid ਕਹਿੰਦੇ ਅਗਰ ਤੁਸੀਂ liquid drop ਤੇ ਅਗਰ tangential line draw ਕਰਦੇ ਹੋ ਇਹ liquid drop ਹੈ ਅਗਰ ਤੁਸੀਂ tangential line draw ਕਰਦੇ ਹੋ force per unit length so active perpendicular ਜੋ ਇੱਥੇ force ਲੱਗਦੀ ਆ ਉਹ ਕੀ ਲੱਗਦੀ ਆ ਫੋਰਸ ਕੀ ਲੱਗਦੀ ਆ ਪਰਪੈਂਡੀਕੂਲਰ ਲੱਗਦੀ ਕਹਿੰਦੇ ਇੱਕ ਟੈਂਜੈਂਟ ਲਾਈਨ ਡਰਾ ਕਰਦੇ ਹੋ ਕਿ ਤੁਸੀਂ ਟੈਂਜੈਂਟ ਲਾਈਨ ਡਰਾ ਕਰਦੇ ਹੋ ਵਾਟਰ ਡ੍ਰੌਪਲੇਟ ਨਾਲ ਤੇ ਜੋ ਇੱਥੇ ਫੋਰਸ ਲੱਗ ਰਹੀ ਹੈ ਦੈਟ ਇਜ਼ ਪਰਪੈਂਡੀਕੂਲਰ ਔਨ ਦਾ ਡ੍ਰੌਪ ਸੋ ਕੀ ਕਰ ਰਹੀ ਹੈ ਪਰਪੈਂਡੀਕੂਲਰ ਜਾ ਰਹੀ ਹੈ ਡ੍ਰੌਪ ਦੇ ਠੀਕ ਹੈ ਸੋ ਯੂਨਿਟ ਆਫ ਸਰਫੇਸ ਟੈਂਸ਼ਨ ਕੀ ਆ ਸਾਡੇ ਕੋਲ ਯੂਨਿਟ ਆਫ ਫਸਟ ਸਰਫੇਸ ਟੈਂਸ਼ਨ ਅਗਰ ਆਪਾਂ ਸਮਾਲਰ ਯੂਨਿਟ ਲੈ ਚਲੀਏ ਦੈਟ ਇਜ਼ ਡਾਇਨ ਸੈਂਟ ਪਰ ਸੈਂਟੀਮੀਟਰ ਤੇ ਅਗਰ ਅਸੀਂ ਐਸਆਈ ਯੂਨਿਟ ਲਈਏ ਦੈਟ ਇਜ਼ ਨਿਊਟਨ ਪਰ ਮੀਟਰ ਠੀਕ ਹੈ ਸੋ then आ गया consequences the following important phenomena so surface tension करके कुछ phenomena होंगे and that is most important conceptual questions so spherical shape of drops हमेशा जो भी पानी डिगदा है तो drops की form च क्यों डिगदा है the liquid drops have nearly spherical shape surface tension कहते क्यों डिगदा है surface tension rise करता decrease the surface area of liquid ਟੂ ਦਾ ਮਿਨੀਮਮ ਕਹਿੰਦੇ ਉਹ ਕੀ ਕਰਦਾ ਸਰਫੇਸ ਟੈਂਸ਼ਨ ਟਰਾਈ ਕਰਦਾ ਹੈ ਕਿ ਜਿਹੜਾ ਪਾਣੀ ਦੇ ਜਿਹੜੇ ਮੋਲੀਕਿਊਲਸ ਆ ਉਹ ਅੰਦਰ ਨੂੰ ਇੰਟਰੈਕਟ ਕਰਨ ਇੰਟਰਮੋਲੀਕੂਲਰ ਫੋਰਸਿਸ ਉਹਦੀਆਂ ਇੰਟਰਨਲ ਲੱਗਣ ਜਿਹਦੇ ਕਰਕੇ ਸਰਫੇਸ ਏਰੀਆ ਲਿਕੁਇਡ ਦਾ ਕੀ ਹੋ ਜੇ ਘੱਟ ਹੋ ਜੇ ਕਿ ਜਿਹੜੀਆਂ ਉਹਦੀਆਂ ਫੋਰਸਿਸ ਆ ਉਹ ਕਿਸ ਸਾਈਡ ਲੱਗਣ ਇੰਟਰਨਲ ਸਾਈਡ ਲੱਗਣ ਜਿਹਦੇ ਕਰਕੇ ਜਿਹੜਾ ਉਹਦਾ ਸਾਈਜ਼ ਹੈਗਾ ਵਾ ਮੋਲੀਕਿਊਲ ਡ੍ਰੌਪ ਦਾ ਸਾਈਜ਼ ਹੈਗਾ ਉਹ ਕੀ ਕਰ ਜੇ ਡਿਕਰੀਜ਼ ਕਰ ਜੇ ਮਿਨੀਮਮ ਹੋ ਜੇ ਸੋ ਸਿੰਸ ਦ ਸਫੀਅਰ ਹੈਜ਼ ਮਿਨੀਮਮ ਸਰਫੇਸ ਏਰੀਆ ਸੋ ਸਫੀਅਰ ਦਾ ਸਰਫੇਸ ਏਰੀਆ ਬਹੁਤ ਘੱਟ ਜਾਂਦਾ ਹੈ ਬਿਕੋਜ਼ ਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਆ therefore the liquid tries to adopt spherical shape ਇਸ ਕਰਕੇ ਉਹ ਟਰਾਈ ਕਰਦਾ ਲਿਕੁਇਡ ਕਿਹੜੀ ਸ਼ੇਪ ਦੇ ਵਿੱਚ ਆਉਣ ਲਈ spherical shape ਦੇ ਵਿੱਚ ਆਉਣ ਦੇ ਲਈ ਸੋ ਦੈਟਸ ਇਜ਼ ਵਾਈ ਮਰਕਰੀ ਡ੍ਰੌਪਸ ਆਰ ਸਫੈਰੀਕਲ ਇਨ ਸ਼ੇਪ ਕਹਿੰਦੇ ਇਸੇ ਕਰਕੇ ਜਿਹੜਾ ਮਰਕਰੀ ਡ੍ਰੌਪਸ ਆ ਜਦੋਂ ਤੁਸੀਂ ਮਰਕਰੀ ਨੂੰ ਦੇਖਦੇ ਹੋ ਤੋੜਦੇ ਹੋ ਤੇ ਆਪਾਂ ਕੀ ਕਹਿੰਦੇ ਆ ਕਿ ਮਰਕਰੀ ਇੱਕ ਨਿੱਕੇ ਨਿੱਕੇ ਬੀਡਸ ਦੇ ਵਿੱਚ ਸਿਲਵਰ ਬੀਡਸ ਦੇ ਵਿੱਚ ਚੇਂਜ ਹੋ ਜਾਂਦੇ ਆ ਸੋ ਕਿਉਂ ਹੁੰਦੇ ਆ ਬਿਕੋਜ਼ ਮਰਕਰੀ ਇਜ਼ ਇਨ ਲਿਕੁਇਡ ਸਟੇਟ ਨਾ ਸੋ ਲਿਕੁਇਡ ਸਟੇਟ ਆ ਸੋ ਲਿਕੁਇਡ ਸਟੇਟ 'ਚ ਕੀ ਹੋ ਰਿਹਾ ਸਰਫੇਸ ਟੈਂਸ਼ਨ ਲੱਗ ਰਹੀ ਹੈ ਸਰਫੇਸ ਟੈਂਸ਼ਨ ਦਾ ਮੀਨਿੰਗ ਕੀ ਆ ਕਿ ਅੰਦਰ ਸਾਈਡ ਇੰਟਰਮੋਲੀਕੂਲਰ ਫੋਰਸਿਸ ਲੱਗਣੀਆਂ ਇੰਟਰਮੋਲੀਕੂਲਰ ਅੰਦਰ ਸਾਈਡ ਫੋਰਸਿਸ ਲੱਗਣੀਆਂ ਜੋ ਮੋਲੀਕਿਊਲਸ ਨੂੰ ਅੰਦਰ ਨੂੰ ਮਤਲਬ ਪੁੱਲ ਕਰਦੇ ਆ ਸੋ ਜਿਹਦੇ ਕਰਕੇ ਕਿਹੜੀ ਸ਼ੇਪ ਲੈ ਲੈਂਦਾ ਹੈ ਸਫੈਰੀਕਲ ਸ਼ੇਪ ਲੈ ਲੈਂਦਾ ਹੈ ਠੀਕ ਹੈ ਸੋ on heating the ਫਿਰ ਉਹ ਕਹਿੰਦੇ ਕਿ this is also the reason that sharp glass edges are heated on making them smooth ਸੋ ਇਸੇ ਕਰਕੇ ਕਹਿੰਦੇ ਆ ਕਿ ਜਿਹੜਾ ਗਲਾਸ ਐਜ ਅਗਰ ਤੁਸੀਂ ਉਹਨੂੰ ਹੀਟ ਕਰੋਗੇ ਗਲਾਸ ਦਾ ਸ਼ੀਸ਼ੇ ਦਾ ਅਗਰ ਐਂਡ ਹੈ ਕੱਚ ਦੇ ਗਲਾਸ ਦਾ ਤਾਂ ਅਗਰ ਤੁਸੀਂ ਹੀਟ ਕਰੋ ਤਾਂ ਸਮੂਥ ਹੋਣਾ ਸ਼ੁਰੂ ਹੋ ਜਾਂਦਾ on heating the glass melt ਗਲਾਸ ਕੀ ਕਰਦਾ ਹੈ ਮੈਲਟ ਕਰਦਾ ਹੈ and surface of liquid tend to take a rounded shape ਉਹਦਾ ਸਰਫੇਸ ਆ ਜਿਹੜਾ ਗਲਾਸ ਆ ਅਗਰ ਤੁਸੀਂ ਇਹਦੇ ਐਂਡ ਨੂੰ ਟਰਨ ਕਰਦੇ ਹੋ ਤਾਂ ਹਮੇਸ਼ਾ ਉਹ ਤਿੱਖਾ ਨਹੀਂ ਪਿਘਲਦਾ ਹਮੇਸ਼ਾ ਉਹ ਸਰਕੂਲਰ ਸ਼ੇਪ ਲੈ ਲੈਂਦਾ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਮੈਲਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇੱਕ ਮਤਲਬ ਅੰਦਰ ਨੂੰ ਟਰਨ ਕਰਦਾ ਹੈ ਠੀਕ ਆ ਮਤਲਬ ਗੁਲਾਈ ਦੇ ਵਿੱਚ ਸ਼ੇਪ ਲੈਂਦਾ ਹੈ ਸੋ ਕਿਉਂ ਲੈਂਦਾ ਬਿਕੋਜ਼ ਜੋ ਮਿਲਟ ਕਰਦਾ ਹੈ ਲਿਕੁਇਡਸ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਜਿਹਦੇ ਕਰਕੇ ਸਰਫੇਸ ਟੈਂਸ਼ਨ ਵਾਲਾ ਕੰਸੈਪਟ ਲੱਗ ਜਾਂਦਾ ਹੈ ਠੀਕ ਹੈ ਸੋ ਦੇਖੋ ਇਨਵਰਡ ਪੁੱਲ ਹੋ ਰਿਹਾ ਜਿਹਦੇ ਕਰਕੇ ਕਿਹੜਾ ਡ੍ਰੌਪ ਬਣਦਾ ਪਿਆ ਸਫੈਰੀਕਲ ਡ੍ਰੌਪ ਬਣਦਾ ਪਿਆ
ठीक है। सो इट इज़ अ सरफेस टेंशन। ये सरफेस टेंशन ਦੀ ਮੇਨ ਰੀਜ਼ਨ ਆ ਜਿਹਦੇ ਕਰਕੇ ਸਾਡਾ ਲਿਕੁਇਡ ਦਾ ਸਰਫੇਸ ਆ ਉਹ ਸਟ੍ਰੈਚ ਕਰਦਾ ਹੈ ਅੰਦਰ ਨੂੰ ਔਨ ਦਾ ਫਲੈਟ ਸਰਫੇਸ। ਡ੍ਰੌਪਲੇਟਸ ਆਰ ਸਲਾਈਟਲੀ ਫਲੈਟਨ ਡਿਊ ਟੂ ਗ੍ਰੈਵਿਟੀ। ਸੋ ਡ੍ਰੌਪਲੇਟ ਕਹਿੰਦੇ ਸਮ ਥੋੜਾ ਜਿਹਾ ਫਲੈਟ ਕਰ ਜਾਂਦਾ। ਕਿਉਂ ਫਲੈਟ ਕਰ ਜਾਂਦਾ? ਬਿਕੋਜ਼ ਗ੍ਰੈਵਿਟੀ ਉਹਨੂੰ ਖਿੱਚਦੀ ਆ, ਤਾਂ ਉਹਦੀ ਆਪਣੀ ਫੋਰਸ ਐਂਡ ਗ੍ਰੈਵਿਟੀ ਦੀ ਫੋਰਸ, ਠੀਕ ਆ, ਉਹ ਆਪਣੇ ਆਪ ਨੂੰ ਸਰਫੇਰਿਕਲ ਲੈ ਕੇ ਆ ਰਹੇ। ਥੋੜਾ ਜਿਹਾ ਡਿੱਗਦੇ ਅਗਰ ਕੋਈ ਥੋੜਾ ਫਲੈਟ ਹੋ ਵੀ ਰਿਹਾ ਹੈ, ਉਹ ਕਿਉਂ ਫਲੈਟ ਹੋ ਰਿਹਾ ਹੈ? ਬਿਕੋਜ਼ नीचे जो फोर्स लग रही है डेट इज ग्रेविटी फोर्स। सो नेक्स्ट इज दैट इज कैपिलरी एक्शन। सो कैपिलरी एक्शन लास्ट प्रॉपर्टी आ वाटर दी। सो कहते one end of a capillary tube is put into a liquid that wets glass and the liquid rises into capillary। capillary बेटा एक small type of tube ਹੁੰਦੀ ਆ। कैपिलरी एक्शन किद्दां ਹੁੰਦਾ है? ਕਹਿੰਦੇ ਅਗਰ कैपिलरी एक्शन ਹੁੰਦਾ ਹੈ ਕਿ ਜਿਵੇਂ ਇੱਕ ਟੱਬ ਦੇ ਵਿੱਚ ਵਾਟਰ ਪਿਆ ਹੈ, ਠੀਕ ਹੈ। ਸੋ ਤੁਸੀਂ ਪ੍ਰੈਸ਼ਰ ਦੇ ਨਾਲ ਪਾਣੀ ਨੂੰ ਅਗਰ ਉੱਪਰੋਂ ਸਕ ਕਰ ਦਿਓ, ਸੋ ਸਾਰਾ ਵਾਟਰ ਇਹਦੇ ਰਾਹੀਂ ਰਾਈਜ਼ ਕਰਕੇ ਉੱਪਰ ਆ ਜਾਂਦਾ ਹੈ, ਠੀਕ ਹੈ। ਸੋ ਦਿਸ ਇਜ਼ ਕਾਲਡ ਕੈਪਿਲਰੀ ਐਕਸ਼ਨ ਕਿ ਤੁਸੀਂ ਇੱਕ ਟਿਊਬ ਦੇ ਰਾਹੀਂ, ਠੀਕ ਹੈ, ਪੁੱਟ ਇਨਟੂ ਲਿਕੁਇਡ ਚ ਪਾਇਆ ਤਾਂ ਲਿਕੁਇਡ ਰਾਈਜ਼ ਕਰ ਜਾਂਦਾ ਕੈਪਿਲਰੀ ਟਿਊਬ ਚ। ਕੈਪਿਲਰੀ ਟਿਊਬ ਬੇਟਾ ਸਕਸ਼ਨ ਪੁਲ ਕਰਦੀ ਹੈ। ਸਕਸ਼ਨ ਪੁਲ ਮਤਲਬ ਨੀਚੋਂ ਚੀਜ਼ ਨੂੰ ਉੱਪਰ ਖਿੱਚ ਕੇ ਆਉਂਦੀ ਹੈ, ਸਕਸ਼ਨ ਪੁਲਿੰਗ ਕਰਦੀ ਹੈ। ਸਕਸ਼ਨ ਪੁਲ ਕਰਦੇ। ਸਕਸ਼ਨ ਪੁਲ ਮਤਲਬ ਥੱਲੋਂ ਪਾਣੀ ਉੱਪਰ ਖਿੱਚਣ ਦੀ ਕੋਸ਼ਿਸ਼ ਕਰਦੇ। ਸੋ ਜਿਹਦੇ ਕਰਕੇ ਅਗਰ ਟੱਬ ਦੇ ਵਿੱਚ ਤੁਸੀਂ ਕੈਪਿਲਰੀ ਡਾਲ ਰਹੇ ਹੋ, ਕੈਪਿਲਰੀ ਟਿਊਬ ਬਰੀਕ ਟਿਊਬ ਹੁੰਦੀ ਆ, ਜੇ ਤੁਸੀਂ ਉਹਦੇ 'ਚ ਪਾਉਂਦੇ ਹੋ ਤਾਂ ਉਹਦੇ ਵਿੱਚ ਜਿਹੜੀ ਆ ਲਾਈਕ ਹਵਾ ਰਿਮੂਵ ਹੋ ਜਾਂਦੀ ਹੈ, ਏਅਰ ਅੰਦਰ ਵਾਲੀ ਉਹਦੀ ਰਿਮੂਵ ਹੋ ਜਾਂਦੀ, ਜਿਹਦੇ ਕਰਕੇ ਪਾਣੀ ਉਹਦੇ 'ਚ ਹੌਲੀ ਹੌਲੀ ਰਾਈਜ਼ ਕਰਨਾ ਸ਼ੁਰੂ ਕਰ ਦਿੰਦਾ ਨੀਚੋਂ ਉੱਪਰ ਤੱਕ। ਸੋ ਦਿਸ ਇਜ਼ ਕਾਲਡ ਦ कैपिलरी एक्शन प्रॉपर्टी ऑफ लिक्विड। सो बेटा विद दिस टॉपिक साडा ये वाला जो यूनिट है दैट इज स्टेट्स ऑफ मैटर कंप्लीट हो रहा है, ठीक है। सो इन द नेक्स्ट मॉर्निंग मैं पीरियोडिक क्लासिफिकेशन के कुछ क्वेश्चंस अपलोड करूँगी, कुछ नहीं काफ़ी सारे क्वेश्चंस अपलोड करूँगी जितों थानू ये अंदाजा हो जाए कि कंसैप्ट बेस्ड क्वेश्चन थोड़े पीरियोडिक क्लासिफिकेशन तो ਕਿਹੋ ਜਿਹੇ ਆਉਣਗੇ। ਸੋ ਤੁਸੀਂ ਅੱਜ ਆਪਣਾ ਇਹ ਵਾਲੇ ਨੋਟਸ ਕੰਪਲੀਟ ਕਰ ਲਓ, ਠੀਕ ਹੈ। ਆਪਣੇ ਕਨਸੈਪਟ ਇਹ ਵਾਲੀ ਪ੍ਰੋਪਰਟੀਜ਼ ਆਫ ਲਿਕੁਇਡ ਕਲੀਅਰ ਕਰ ਲਓ ਐਂਡ ਆਫਟਰ ਡੈਟ ਅਸੀਂ ਨੈਕਸਟ ਔਨ ਦਾ ਮਾਰਨਿੰਗ ਅਸੀਂ ਰਿਵੀਜ਼ਨ ਸਟਾਰਟ ਕਰਾਂਗੇ ਵਿਦ ਸਟਾਰਟ ਆਫ ਪੀਰੀਓਡਿਕ ਕਲਾਸੀਫਿਕੇਸ਼ਨ ਤੋਂ, ਠੀਕ ਹੈ। ਐਂਡ 2 ਡੇਜ਼ ਅਸੀਂ ਪੀਰੀਓਡਿਕ ਕਲਾਸੀਫਿਕੇਸ਼ਨ ਡਿਸਕਸ ਕਰ ਲਾਂਗੇ ਐਂਡ ਆਫਟਰ ਨੈਕਸਟ 2 ਡੇਜ਼ ਅਸੀਂ ਜੋ ਨਿਊਮੈਰੀਕਲਸ ਆ फस्ट चैप्टर दे जो सम बेसिक यूनिट दे फस्ट यूनिट दे जो है सम बेसिक कंसैप्ट ऑफ केमिस्ट्री दे मोल कंसैप्ट वाले, ठीक है, एम्पैरिकल फॉर्मूला वाले वो असीं डिस्कस कर लेंगे, ठीक है, जिहदे नाल तुहानूं हैल्प होएगी ऐसे 1 च। ओके बेटा, थैंक यू, हैव अ नाइस डे।